साहब जेल पहला भी गए हो पर इस बार लंबा वक्फा कर लगभग करीब 7 महीने अंदर रहे, ਤਾਂ ਜੇ ਦੇਖਿਆ ਜਾਵੇ ਤਾਂ ਜ਼ਿੰਦਗੀ 'ਚ ਕੁਝ ਬਦਲਾਅ ਆਇਆ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿਣਾ ਚਾਹੁੰਦਾ ਤੇ ਮੈਂ ਆਪਣੀ ਮਿਸਿਸ ਨੂੰ ਵੀ ਸਿੰਘਾਂ ਨੂੰ ਵੀ ਕਹਿਤਾ ਸੀ ਵੀ ਆਰਾਮ ਨਾਲ ਬਹਿ ਜਾਓ, 2 ਸਾਲ ਦਾ ਸਮਾਂ ਲੱਗਣਾ, ਮੈਂ 2 ਸਾਲ ਬਾਅਦ ਆਊਂਗਾ, ਆਰਾਮ ਨਾਲ ਮੈਨੂੰ ਬਾਣੀ ਪੜ੍ਹਨ ਦਾ ਆਨੰਦ ਲੈਣ ਦਿਓ। ਪਰ 7 ਮਹੀਨੇ ਦੇ ਵਿੱਚ ਇਸ ਪ੍ਰਾਪਤੀ, ਇਸ ਚੀਜ਼ ਦੀ ਪ੍ਰਾਪਤੀ ਕਰਨੀ, ਸੋ ਮੈਂ ਕਹਿੰਦਾ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਇਹਨਾਂ ਵੀਰਾਂ ਦੀ ਹਿੰਮਤ ਦੇ ਨਾਲ, ਮਿਹਨਤ ਨਾਲ ਇੱਕ ਮਿਰਾਕਲ, ਚਮਤਕਾਰ ਹੈ। 35 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਕੌਮ ਵਾਸਤੇ, ਕੌਮੀਅਤ ਵਾਸਤੇ, ਜਿਨ੍ਹਾਂ ਦੀ ਆਪਣੀ ਕੋਈ ਨਿੱਜੀ ਲੜਾਈ ਨਹੀਂ ਸੀ ਤੇ ਪੰਜਾਬ ਦੇ ਵਿੱਚ ਕਿੱਦਾਂ ਦੇ ਹਾਲਾਤ ਹੋਏ ਤੇ ਉਹਨਾਂ ਨੇ ਆਪਣੇ ਸਿਰ ਤੇ ਉਹ ਝੱਲਿਆ ਤੇ 35 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਨੇ ਤੇ ਉਹਨਾਂ ਦੀ ਕੁਰਬਾਨੀ ਦੇ ਅੱਗੇ ਸਾਡੇ 7 ਮਹੀਨੇ ਜਿਹੜੇ ਤੇ ਉਹ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ ਹੈਗੇ। ਤੇ ਬਾਣੀ ਦੇ ਨਾਲ ਜੁੜੋ, ਨਾਮ ਸਿਮਰਨ ਨਾਲ ਜੁੜੋ। ਬਾਕੀ ਉੱਥੇ ਕਈ ਨੌਜਵਾਨਾਂ ਨੇ ਕੇਸ ਰੱਖੇ, ਬਹੁਤ ਨੌਜਵਾਨਾਂ ਨੇ ਨਸ਼ਾ ਛੱਡਿਆ, ਗੋਲੀਆਂ ਛੱਡੀਆਂ ਤੇ ਬੜਿਆਂ ਨੇ ਬਾਣੀ ਨਾਲ ਜੁੜੇ ਨੇ, ਸੰਥਿਆ ਕੀਤੀ ਕਈਆਂ ਨੇ ਗੁਰਬਾਣੀ ਦੀ। ਸੋ ਮੇਰਾ ਸਫ਼ਰ ਬੜਾ ਵਧੀਆ ਰਿਹਾ ਜੇਲ੍ਹ ਦਾ ਜੀ, ਕਿ ਮੇਰੇ ਤੇ ਹੁਣ 8 ਕੇਸ ਜਿਹੜੇ ਨੇ ਪਰਚੇ ਹੋ ਚੁੱਕੇ ਨੇ ਕੌਮ ਦੇ ਨਾਲ, ਪੰਥ ਨਾਲ। ਠੀਕ ਹੈ, ਕਦੇ ਅਸੀਂ ਇਸ ਗੱਲ ਨੂੰ ਸ਼ੋਅ ਤੇ ਨਹੀਂ ਕੀਤਾ, ਰੌਲਾ ਨਹੀਂ ਪਾਇਆ, ਕਿਉਂਕਿ ਕਿਹੜਾ ਇਹ ਤਾਂ ਜੇ ਲੜਾਈ ਲੜਾਂਗੇ ਕੌਮ ਵਾਸਤੇ ਤਾਂ ਇਹ ਚੀਜ਼ਾਂ ਨੂੰ ਝੱਲਣਾ ਪੈਣਾ। ਸੋ ਇਸ ਕਰਕੇ ਜੇ ਗੱਲ ਕਰੀਏ, ਮੈਂ ਅੱਜ ਦਾਅਵੇ ਨਾਲ ਤੁਹਾਡੇ ਚੈਨਲ ਤੇ ਕਹਿ ਸਕਦਾ ਵੀ ਜਿਹੜੇ ਲੋਕ ਇਹ ਮੈਨੂੰ ਜੇ ਕਿਸੇ ਦੇ ਮਨ 'ਚ ਵਹਿਮ ਹੋਵੇ ਵੀ ਮੈਂ ਕਿਸੇ ਧਰਮ ਦੇ ਪ੍ਰਤੀ ਗਲਤ ਬੋਲਣ ਵਾਲਾ, ਤੇ ਉਹੀ ਧਰਮ ਦੇ 10,000 ਲੋਕਾਂ ਦਾ ਇਕੱਠ ਕਰਕੇ ਮੈਂ ਵਿਖਾ ਸਕਦਾ ਵੀ ਮੈਨੂੰ ਕਿੰਨਾ ਪਿਆਰ ਕਰਦੇ ਨੇ ਉਹ ਲੋਕ। ਜੇ ਅਸੀਂ ਲੋਕਾਂ ਦੇ ਦਿਲ ਦੁਖਾਉਂਦੇ ਹੋਈਏ ਜਾਂ ਅਸੀਂ ਕੋਈ ਇੱਦਾਂ ਦੇ ਸ਼ਬਦ ਬੋਲਦੇ ਹੋਈਏ ਤੇ ਅਸੀਂ ਕਦੇ ਇਕੱਲੇ ਬਾਜ਼ਾਰ ਨਹੀਂ ਘੁੰਮ ਸਕਦੇ। ਮੈਂ ਤਾਂ ਇਕੱਲਾ ਹੀ ਤੁਰਿਆ ਫਿਰਦਾ ਆਰਾਮ ਨਾਲ। ਪਰਵਾਨਾ ਜੀ, ਜਵਾਬ ਦੇਣਾ ਜ਼ਰੂਰੀ ਹੈ ਤੁਹਾਡੇ ਔਰ ਉਹਨਾਂ 'ਚ ਤਾਂ ਫਰਕ ਹੀ ਨਹੀਂ ਰਹਿਣਾ ਫਿਰ ਕੋਈ। ਹਾਂ, ਜਵਾਬ ਜਿਹੜੀ ਗੱਲ ਇਹ ਹੈ ਨਾ, ਦੇਖੋ ਹਰੇਕ ਬੰਦੇ ਦੇ ਨਾ ਆਪਣੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਉਹ ਭਾਵਨਾਵਾਂ ਜਿਹੜੀਆਂ ਨੇ ਉਹ ਆਹਤ ਹੁੰਦੀਆਂ ਨੇ, ਠੇਸ ਪਹੁੰਚਦੀ ਆ ਤੇ ਉੱਥੇ ਫਿਰ ਉਸ ਚੀਜ਼ ਨੂੰ ਬੋਲਣਾ, ਉਸ ਚੀਜ਼ ਦੇ ਉੱਪਰ ਸਟੈਂਡ ਕਰਨਾ ਸਾਡਾ ਜਿਹੜਾ ਬੰਦਾ, ਜਿੱਥੇ ਤੱਕ ਮੈਂ ਜਾਣਦਾ ਪਰਵਾਨਾ ਜੀ, ਜਿਹੜਾ ਬੰਦਾ ਬਾਣੀ ਪੜ੍ਹਦਾ ਉਹਦੇ ਵਿੱਚ ਤਾਂ ਬਹੁਤ ਹਲੀਮੀ ਆ ਜਾਂਦੀ ਹੈ। ਉਹ ਬੰਦਾ ਬਹੁਤ ਚੀਜ਼ ਟੋਲਰੇਟ ਕਰ ਲੈਂਦਾ, ਬਹੁਤ ਚੀਜ਼ਾਂ ਬਰਦਾਸ਼ਤ ਕਰਨ ਦੀ ਬਾਣੀ ਸ਼ਕਤੀ ਦਿੰਦੀ। ਬਾਣੀ ਇਹ ਵੀ ਤਾਂ ਕਹਿੰਦੀ ਹੈ ਪ੍ਰਥਮ ਭਗਉਤੀ ਸਿਮਰ ਕੇ ਹੈ, ਵੀ ਸਾਨੂੰ ਤਾਂ ਪਹਿਲਾਂ ਸ਼ਸਤਰ ਦੀ ਪੂਜਾ ਜਿਹੜੀ ਹੈ ਉਹ ਸਿਖਾਈ ਹੈ। ਸੋ ਇਸ ਕਰਕੇ ਸਾਨੂੰ ਮੀਰੀ ਤੇ ਪੀਰ ਦਾ ਸਿਧਾਂਤ ਜਿਹੜਾ ਹੈ ਉਹ ਸਤਿਗੁਰੂ ਪਾਤਸ਼ਾਹ ਨੇ ਵੀ ਦੇਖੋ ਅਸੀਂ ਕਿਸੇ ਤੇ ਪਹਿਲ ਨਹੀਂ ਕਰਦੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ। ਬਲਜਿੰਦਰ ਸਿੰਘ ਪਰਵਾਨਾ ਕਰੀਬ 7 ਮਹੀਨੇ ਦੇ ਵਕਫੇ ਤੋਂ ਬਾਅਦ ਬਾਹਰ ਆਏ ਨੇ ਤੇ ਇਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ ਐਡਵੋਕੇਟ ਘੁੰਮਣ ਬ੍ਰਦਰਜ਼ ਦਾ ਸਨਮਾਨ ਕੀਤਾ ਗਿਆ, ਕਿਉਂਕਿ ਉਹਨਾਂ ਦੀ ਲੀਗਲ ਟੀਮ ਵੱਲੋਂ ਭਾਈ ਬਲਜਿੰਦਰ ਸਿੰਘ ਪਰਵਾਨਾ ਨੂੰ ਜਿਹੜੀ ਹੈ ਬੇਲ ਕਰਵਾਈ ਗਈ ਹੈ। ਤਸਵੀਰਾਂ ਦਿਖਾ ਦੇਣਾ, ਕੈਮਰਾ ਪਰਸਨ ਨੂੰ ਕਹੂੰਗਾ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਨਮਾਨ ਕੀਤਾ ਗਿਆ ਸਿਰੋਂ ਪਾਓ ਪਾ ਕੇ ਭਾਈ ਬਲਜਿੰਦਰ ਸਿੰਘ ਪਰਵਾਨਾ ਤੇ ਉਹਨਾਂ ਦਾ ਪਰਿਵਾਰ ਸਿੰਘ ਤੇ ਐਡਵੋਕੇਟ ਪੈਨਲ ਹੈ ਜਿਹੜਾ ਉਹ ਘੁੰਮਣ ਬ੍ਰਦਰਜ਼ ਦਾ, ਉਹ ਇਸ ਵੇਲੇ ਮੌਜੂਦ ਹੈ। ਪਹਿਲਾਂ ਸ਼ੁਰੂਆਤ ਘੁੰਮਣ ਬ੍ਰਦਰਜ਼ ਤੋਂ ਹੀ ਕਰਦਾ। ਸਰ, ਕਿੰਨੀ ਕੁ ਮੁਸ਼ਕਿਲ ਹੋਈ? ਹਾਲਾਂਕਿ ਇਸ ਤੋਂ ਪਹਿਲਾਂ ਗੱਲਬਾਤ ਜ਼ਰੂਰ ਹੋ ਚੁੱਕੀ ਹੈ, ਕਿੰਨੀ ਮੁਸ਼ਕਿਲ ਹੋਈ? ਕਿਉਂਕਿ ਜੇ ਦੇਖਿਆ ਜਾਵੇ ਤਾਂ ਕਾਫੀ ਇੰਸੀਡੈਂਟ ਸੀਗੀ, ਕਾਲੀ ਮਾਤਾ ਮੰਦਿਰ ਤੋਂ ਲੈ ਕੇ ਕਪੂਰਥਲਾ ਬੇਅਦਬੀ, ਉਸ ਤੋਂ ਬਾਅਦ ਮਰਡਰ ਕੇਸ, ਤਾਂ ਉਹ ਜਿਹੜੀਆਂ ਦਲੀਲਾਂ ਸੀਗੀਆਂ ਜਿਹੜੀਆਂ ਕੋਰਟ 'ਚ ਰੱਖੀਆਂ ਗਈਆਂ, ਜਿਸ ਤੋਂ ਬਾਅਦ ਪਰਵਾਨਾ ਜੀ ਨੂੰ ਬੇਲ ਮਿਲੀ। ਦੇਖੋ, ਮੈਂ ਦੱਸੂਗਾ ਕਿ ਜੇ ਤਾਂ ਇਹਦੇ ਵਿੱਚ ਸ਼ੁਕਲਾ ਸਾਹਿਬ ਕੇਸ ਇਕੱਲੇ ਪਟਿਆਲਾ, ਜਿੱਦਾਂ ਸਾਡੇ ਪਹਿਲਾਂ ਕਾਲੀ ਮਾਤਾ ਮੰਦਿਰ ਦਾ ਵਾਇਲੈਂਸ ਕੇਸ ਸੀ, ਜੇ ਤਾਂ ਗੱਲ ਉੱਥੋਂ ਤੱਕ ਰਹਿੰਦੀ ਤਾਂ ਫਿਰ ਤਾਂ ਸਾਨੂੰ ਲੜਾਈ ਲੱਗਦੀ ਸੀ ਸੌਖੀ। ਬਟ ਸਬਸੀਕੁਐਂਟਲੀ ਕੀ ਹੁੰਦਾ ਹੈ, ਕੁਝ ਦਿਨਾਂ ਬਾਅਦ ਹੀ ਸਾਨੂੰ ਪਤਾ ਲੱਗਾ ਜੀ ਕਿ ਕਪੂਰਥਲਾ ਨਿਜ਼ਾਮਪੁਰ ਵਾਲੇ ਕੇਸ ਜਿਹੜਾ ਬੇਅਦਬੀ ਸੀ, ਉਸ ਕੇਸ ਦੇ ਵਿੱਚ ਵੀ ਪਰਵਾਨਾ ਸਾਹਿਬ ਨੂੰ ਨਾਮਜ਼ਦ ਕਰਨ ਲੱਗੇ ਨੇ। ਉਸ ਘੜੀ ਮੈਂ ਇਹਦੇ ਵਿੱਚ ਕੋਈ ਵੀ ਆਪਣੇ ਕੋਲੇ ਗੱਲ ਨਹੀਂ ਰੱਖੂੰਗਾ ਮਨ 'ਚ, ਵੀ ਸਾਡੇ ਮਨ 'ਚ ਕਿਤੇ ਨਾ ਕਿਤੇ ਆਇਆ ਸੀ ਵੀ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਸੀ ਹੋਇਆ ਵੀ ਇਹਨਾਂ ਨੂੰ ਨਾਮਜ਼ਦ ਨਹੀਂ ਕਰਨਗੇ, ਪਰ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਨਾਮਜ਼ਦ ਕਰਤਾ, ਕਿਉਂਕਿ ਉਹਨਾਂ ਦੀ ਵਾਈਫ ਦਾ ਬਾਰ-ਬਾਰ ਫੋਨ ਆਉਂਦਾ ਸੀ ਕਿ ਉੱਥੋਂ ਦੀ ਪੁਲਿਸ ਸਾਨੂੰ ਬਾਰ-ਬਾਰ ਪੁੱਛ ਰਹੇ ਨੇ, ਕਿਉਂਕਿ ਉਹਨਾਂ ਨੇ ਪ੍ਰੋਡਕਸ਼ਨ ਵਾਰੰਟ 'ਤੇ ਪਰਵਾਨਾ ਸਾਹਿਬ ਨੂੰ ਲੈ ਕੇ ਜਾਣਾ ਹੈ। ਉਸ ਘੜੀ ਇੱਕ ਮਨ ਦੇ ਵਿੱਚ ਜ਼ਰੂਰ ਖਿਆਲ ਆਇਆ ਕਿ ਯਾਰ ਇਹ ਲੜਾਈ ਜਿਹੜੀ ਏ, ਇਹ ਹੁਣ ਸਾਡੀ ਲੜਾਈ ਸਖਤ ਹੋ ਗਈ ਏ। ਸ਼ੁਕਲਾ ਸਾਹਿਬ, ਸਖਤ ਲੜਾਈ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਵੀ ਮਰਡਰ ਕੇਸ 'ਚ ਅਸੀਂ ਰੋਜ਼ ਦਿਹਾੜੀ ਸਰ ਬੇਲਾਂ ਲਾਉਂਦੇ ਹਾਂ, 302 ਜਿੱਥੇ ਆ ਗਈ ਉਹ ਦੇਖਦੇ ਹਾਂ ਸਾਰੀ ਸਰ ਅਸੀਂ ਮੰਨ ਕੇ ਚੱਲੋ ਵੀ ਜੱਜਿਸ ਸਾਡੇ ਜਿਹੜੇ ਨੇ, ਮਾਣਯੋਗ ਜੱਜਿਸ ਜਿਹੜੇ ਨੇ, ਉਹ ਇਹ ਦੇਖਦੇ ਨੇ ਵੀ ਐਟਲੀਸਟ ਵੀ ਇਹਦਾ ਕ੍ਰਿਮੀਨਲ ਪਿਛੋਕੜ ਕੀ ਹੈ। ਦੇਖੋ ਹੁਣ ਕ੍ਰਿਮੀਨਲ ਪਿਛੋਕੜ 1 ਤੋਂ ਬਾਅਦ 2, 2 ਤੋਂ ਬਾਅਦ 3 ਪਰਚੇ ਜਿਹੜੇ ਹੋਏ ਨੇ, ਉਹ ਹੋਏ ਤਾਂ ਸਾਰੇ ਜਿਹੜਾ ਇਹਨਾਂ ਦਾ ਕੋਈ ਨਿੱਜੀ ਨਹੀਂ ਸੀ, ਕੋਈ ਇਹ ਵੱਟ ਦੀ ਲੜਾਈ ਨਹੀਂ ਅੱਜ ਤੱਕ ਲੜੀ। ਜੋ ਸੀਗਾ, ਜੇ ਉਹ ਪਟਿਆਲੇ ਵਾਇਲੈਂਸ ਦਾ ਸੀ ਜਾਂ ਅੱਗੇ ਪਹਿਲਾਂ ਪਰਚੇ ਹੋਏ ਸੀ, ਤਾਂ ਉਹ ਵਿਦ ਰਿਗਾਰਡ ਟੂ ਵੀ ਜੋ ਇਹ ਆਪਣਾ ਪੱਖ ਰੱਖਦੇ ਨੇ,
ਠੀਕ ਹੈ ਜੀ। ਸੋ ਇਹ ਲੜਾਈ ਕਿਤੇ ਨਾ ਕਿਤੇ ਸਖਤ ਸੀ, ਪਰ ਕਿਤੇ ਨਾ ਕਿਤੇ ਕੌਨਫੀਡੈਂਸ ਵੀ ਸੀ ਵੀ ਅਸੀਂ ਇਸ ਲੜਾਈ ਨੂੰ ਡਟ ਕੇ, ਕਿਉਂਕਿ ਜਦੋਂ ਇੱਕ ਪਰਿਵਾਰ ਦਾ ਦੇਖੋ ਇੱਕ ਮੈਂ ਕਹੂੰਗਾ ਕਿ ਵੱਡਾ ਜਿਹੜਾ ਉਹਨਾਂ ਦਾ ਬਲੀਵ ਸਾਡੇ ਤੇ ਸੀ, ਇਸ ਬਲੀਵ ਨਾਲ ਸਰ ਸਾਡੇ 'ਚ ਤਾਕਤ ਆਉਂਦੀ ਹੈ ਤੇ ਇਸ ਲੜਾਈ ਨੂੰ ਡਟ ਕੇ ਲੜੇ ਆ। 2/12 ਨੂੰ ਮਾਨਯੋਗ ਹਾਈ ਕੋਰਟ ਨੇ ਲਗਭਗ ਲੰਬੀ ਬਹਿਸ ਸੁਣਨ ਤੋਂ ਬਾਅਦ ਦੋਨਾਂ ਪੱਖਾਂ ਦੀ ਮਾਨਯੋਗ ਕੋਰਟ ਨੇ ਇਹਨਾਂ ਦੀ ਜ਼ਮਾਨਤ ਜਿਹੜੀ ਉਹ ਮਨਜ਼ੂਰ ਕੀਤੀ ਹੈ। ਜੇਕਰ ਕਪੂਰਥਲਾ ਦਾ ਜ਼ਿਕਰ ਕਰਾਂ ਤਾਂ ਉੱਥੋਂ ਬੇਲ ਰਿਜੈਕਟ ਹੋ ਗਈ ਸੀਗੀ, ਕੀ ਕਾਰਨ ਸੀਗੇ? ਦੇਖੋ ਉੱਥੇ ਜਿਹੜਾ ਉਹਨਾਂ ਦਾ ਮੇਨ ਜਿਹੜਾ ਪੱਖ ਸੀ ਨਾ, ਪਹਿਲਾਂ ਉੱਥੇ ਹੋਇਆ ਕਿ ਥੋੜ੍ਹਾ ਜਿਹਾ ਆਪਾਂ ਇੱਥੇ ਡਿਸਕਸ ਕਰ ਲਈਏ। 18/12 ਨੂੰ ਪਹਿਲਾਂ ਸਾਡਾ ਸਰਵਉੱਚ ਸਥਾਨ ਹਰਿਮੰਦਰ ਸਾਹਿਬ, ਉੱਥੇ ਬੇਅਦਬੀ ਦਾ ਮਾਮਲਾ ਸਾਹਮਣੇ ਹੁੰਦਾ ਹੈ। 19 ਤਰੀਕ ਨੂੰ ਸਵੇਰੇ ਸਵੇਰ 4 ਵਜੇ ਇੱਕ ਅਣਪਛਾਤਾ ਵਿਅਕਤੀ, ਦੇਖੋ ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ ਜਾਣਾ ਕੋਈ ਅਪਰਾਧ ਨਹੀਂ, ਪਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਉਹਨਾਂ ਦਾ ਉਸ ਸਮੇਂ ਜਿਹੜਾ ਸਿਰ ਸੀ, ਉਹ CCTV ਫੁਟੇਜ 'ਚ ਵੀ ਆਇਆ, ਉਹ ਨੰਗਾ ਸੀ। ਐਲੀਗੇਸ਼ਨ ਫਰਦਰ ਇਸ ਗੱਲ ਦੇ ਵੀ ਸਨ ਵੀ ਉਹਨਾਂ ਨੇ ਉਹਦਾ ਗੇਟ ਲੋਕ ਤੋੜਿਆ, ਅੰਦਰ ਜਾ ਕੇ ਜਿੱਥੇ ਮਹਾਰਾਜ ਸਾਹਿਬ ਸੁਖਾਸਨ ਸਾਹਿਬ ਹੈ ਉੱਥੇ ਜਾ ਕੇ ਵੀ ਉਹਨਾਂ ਨੇ ਸਮਾਨ ਖਿਲਾਰਿਆ। ਹੁਣ ਦੇਖੋ ਇੱਥੇ ਆ ਕੇ ਇੱਕ ਦਿਨ ਪਹਿਲਾਂ ਇੱਕ ਐਡੀ ਵੱਡੀ ਬੇਅਦਬੀ ਦਾ ਮਾਮਲਾ ਹਰਿਮੰਦਰ ਸਾਹਿਬ ਆਇਆ ਸੀ, ਔਰ ਉੱਥੇ ਜਿਹੜੇ ਭਾਈ ਸਿੰਘ ਅਮਰਜੀਤ ਸਿੰਘ ਸੀਗੇ ਉਹ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਜੀ ਇੱਥੇ ਹੁਣ ਜਿਹੜੀ ਨਿਆਮਪੁਰਾ ਕਪੂਰਥਲਾ ਹੈ, ਇੱਥੇ ਬੇਅਦਬੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ। ਨੋ ਡਾਊਟ, ਕਿਉਂਕਿ ਵੇਖੋ ਇਸ ਚੀਜ਼ ਦਾ ਜਿਹੜਾ ਇੱਕ ਅਗਰੈਸ਼ਨ ਕਹਿ ਲਈਏ, ਨਾਰਾਜ਼ਗੀ, ਉਹ ਸਾਰੀ ਸਿੱਖ ਸੰਗਤ ਦੇ ਵਿੱਚ ਥਰੂ ਆਊਟ ਦੀ ਵਰਲਡ ਸੀ ਇਸ ਗੱਲ ਦੀ। ਇਕੱਲੀ ਸਿੱਖ ਸੰਗਤ ਦੀ ਗੱਲ ਨਹੀਂ ਕਰਦੀ, ਹਰਿਮੰਦਰ ਸਾਹਿਬ ਜਿਹੜਾ ਹੈ ਤੁਸੀਂ ਕਹਿ ਲਓ, ਉਹ ਸਾਰੇ ਥਰੂ ਆਊਟ ਦੀ ਜਿੰਨੇ ਆਪਣੀ ਸੰਗਤ ਹੈ, ਭਾਵੇਂ ਉਹ ਹਿੰਦੂ ਸੰਗਤ ਹੈ, ਭਾਵੇਂ ਕਿਸੇ ਰਿਲੀਜਨ ਨੂੰ ਬਿਲੋਂਗ ਕਰਦੇ ਨੇ, ਉਹ ਸਾਰਿਆਂ ਦਾ ਮਤਲਬ ਸਾਂਝਾ ਸਥਾਨ ਹੈ। ਸੋ ਸਾਰਿਆਂ ਨੂੰ ਨਾਰਾਜ਼ਗੀ ਸੀਗੀ ਤੇ ਨੋ ਡਾਊਟ ਪਰਵਾਨਾ ਸਾਹਿਬ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਮੰਨ ਲਓ ਆਪਣੇ ਵੱਲੋਂ ਜਿਹੜੀ ਨਾਰਾਜ਼ਗੀ ਸੀ ਉਹ ਸ਼ੋਅ ਕੀਤੀ। ਸੋ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਉਹਨਾਂ ਦੇ ਵਿੱਚ ਪਹਿਲਾਂ ਇਨੀਸ਼ੀਅਲੀ ਅਮਰਜੀਤ ਸਿੰਘ ਦੀ ਸਟੇਟਮੈਂਟ ਤੇ 295 ਦਾ ਪਰਚਾ ਦਰਜ ਕੀਤਾ ਜਾਂਦਾ ਹੈ। ਹੁਣ ਜਦੋਂ ਮੋਬ ਇਕੱਠਾ ਹੋ ਗਿਆ 200-250 ਬੰਦੇ ਨੂੰ, ਮਨ ਦੇ ਵਿੱਚ ਅਗਰੈਸ਼ਨ ਸੀ, ਤਾਂ ਨੋ ਡਾਊਟ ਉਸ ਸਮੇਂ ਜਿਹੜਾ ਅਣਪਛਾਤਾ ਵਿਅਕਤੀ ਜਿਹਦਾ ਸਿਰ ਤੇ ਕੋਈ ਰੁਮਾਲ ਪਟਕਾ ਨਹੀਂ ਸੀ, ਉਹਦੀ ਮੌਕੇ ਦੇ ਉੱਪਰ ਮੌਤ ਹੋ ਗਈ। ਪਰ ਇੱਥੇ ਇੱਕ ਵੱਡਾ ਸਵਾਲ ਇਹ ਸੀ ਵੀ ਪਹਿਲਾਂ ਜਦੋਂ ਪੁਲਿਸ ਨੇ 295 ਦਾ ਪਰਚਾ ਦਰਜ ਕੀਤਾ ਤਾਂ 24/12 ਨੂੰ 5 ਦਿਨਾਂ ਬਾਅਦ ਇਹ ਕੀ ਐਸਾ ਹੋਇਆ ਕਿ ਫਿਰ 295 ਦਾ ਘਾਟਾ ਤੇ 302 ਦਾ ਜਿਹੜਾ ਕੇਸ ਸੀ ਉਹ ਸਿੱਖ ਸੰਗਤ ਦੇ ਖਿਲਾਫ ਦਰਜ ਕੀਤਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਥੱਲੇ ਕਪੂਰਥਲਾ ਜਾ ਕੇ ਅਸੀਂ ਕੇਸ ਦੇ ਵਿੱਚ ਅਸੀਂ ਪੈਰਵਾਈ ਕੀਤੀ, ਅਸੀਂ ਜੱਜ ਸਾਹਿਬ ਨੂੰ ਅਪਰਾਈਜ਼ ਵੀ ਕਰਵਾਇਆ ਹੈ ਕਿ ਦੇਖੋ ਮਾਮਲਾ ਸ਼ੁਕਲਾ ਸਾਹਿਬ, ਪਹਿਲਾ ਮਾਮਲਾ ਕਪੂਰਥਲਾ ਜੀ, ਦੂਜਾ ਮਾਮਲਾ ਪਟਿਆਲਾ ਵਾਇਲੈਂਸ ਜਿਹਦੇ ਚ ਬਰਜਿੰਦਰ ਸਿੰਘ ਪਰਵਾਨਾ ਸਾਹਿਬ ਨੂੰ ਨਾਮਜ਼ਦ ਕੀਤਾ। ਸੋ ਤੀਜੀ ਜਗ੍ਹਾ ਇੱਕ ਬਠਿੰਡੇ ਬੈਠਾ ਇੱਕ ਵਕੀਲ ਉਸ ਗਰੁੱਪ ਦਾ, ਉਹਨੇ ਇੱਕ ਆਪਣੀ ਇੱਕ ਸੈਲਫ ਜਿਹੜੀ ਇਨਵੈਸਟੀਗੇਸ਼ਨ, ਉਹਨੇ ਆਪਣੇ ਪੈਰਲਲ ਵੇਖ ਆਪਣੀ ਇਨਵੈਸਟੀਗੇਸ਼ਨ ਤਫਤੀਸ਼ ਸ਼ੁਰੂ ਕੀਤੀ ਸੀ, ਔਰ ਉਹਦੇ ਇੱਕ ਛੋਟੇ ਇੱਕ ਪੇਜ ਦੇ ਬੁਨਿਆਦ ਤੇ ਬੇਸ ਤੇ ਪਰਵਾਨਾ ਸਾਹਿਬ ਨੂੰ ਉਹਨਾਂ ਨੇ ਨਾਮਜ਼ਦ ਕਰਤਾ। ਹੁਣ ਇੱਥੇ ਆ ਕੇ ਕਿਉਂਕਿ ਦੇਖੋ ਪ੍ਰੋਸੀਕਿਊਸ਼ਨ ਨੇ ਆਪਣਾ ਕੇਸ ਪ੍ਰੂਵ ਕਰਨਾ ਹੈ, ਉਹ ਕਹਿੰਦੇ ਜੀ ਕਿਉਂਕਿ ਹੁਣ ਇਹ ਮੈਟਰ ਇਸ ਟਾਈਮ 302 ਦਾ ਹੈ, ਹਜੇ ਇਹਨਾਂ ਦਾ ਜਿਹੜਾ ਚਲਾਨ ਹਜੇ ਆਇਆ ਹੈ, ਹਜੇ ਤੱਕ ਚਾਰਜ ਨਹੀਂ ਲੱਗੇ, ਕੋਈ ਗਵਾਹੀ ਨਹੀਂ ਹੋਈ। ਸੋ ਹਜੇ ਜਿਹੜੀ ਸਟੇਜ ਉਹ ਬੜੀ ਇਨੀਸ਼ੀਅਲ ਹੈ। ਇਹ ਨਹੀਂ ਗੱਲ, ਉੱਥੇ ਵੀ ਜਿਹੜੇ ਸਾਡੇ ਮਾਣਯੋਗ ਜੱਜ ਸਾਹਿਬ ਸੀਗੇ, ਮੈਨੂੰ ਲੱਗਦਾ ਭੈਣ ਜੀ ਸਾਡੇ ਨਾਲ ਸੀਗੇ, ਲਗਭਗ 1 ਘੰਟਾ ਆਰਗੂਮੈਂਟ ਚੱਲਿਆ, ਪਰ ਨੋ ਡਾਊਟ ਜਿਹੜੀ ਸਾਡੀ ਉੱਥੇ ਸਫਲਤਾ ਜਿਹੜੀ ਸੀਗੀ ਸਾਨੂੰ ਨਹੀਂ ਸੀ ਮਿਲੀ, ਕਿਉਂਕਿ 302 ਦੇ ਵਿੱਚ ਮਤਲਬ ਸਾਡਾ ਵਕੀਲ ਭਾਈਚਾਰਾ ਚੰਗੀ ਤਰ੍ਹਾਂ ਸਮਝ ਸਕੇਗਾ, 302 ਦੇ ਵਿੱਚ ਥੱਲੇ ਜਿਹੜੀ ਸੈਸ਼ਨ ਕੋਰਟ ਹੈ ਉਹਦੀਆਂ ਬੜੀਆਂ ਲਿਮਿਟਡ ਜਿਹੜੀਆਂ ਨੇ ਉਹਨਾਂ ਦੀਆਂ ਮਤਲਬ ਡਿਸਕ੍ਰਿਪਸ਼ਨ ਹੁੰਦਾ ਹੈ। ਸੋ ਫਿਰ ਦੇਰ ਆਫਟਰ ਅਸੀਂ ਆਰਡਰ ਲੈ ਕੇ ਇਮੀਡੀਏਟਲੀ ਅਸੀਂ ਮਾਣਯੋਗ ਹਾਈ ਕੋਰਟ ਦੇ ਵਿੱਚ ਅਪਰਾਈਜ਼ ਕਰਵਾਇਆ। ਤੇ ਵੱਡੀ ਗੱਲ ਸ਼ੁਕਲਾ ਸਾਹਿਬ ਇਹ ਸੀ ਵੀ ਜਿੱਦਣ 2 ਦਸੰਬਰ ਬ੍ਰਦਰ ਦੱਸ ਕੇ ਬੈਠੇ ਨੇ, 2 ਦਸੰਬਰ ਨੂੰ ਫਸਟ ਹੀਅਰਿੰਗ ਸੀਗੀ, 1.25 ਘੰਟਾ ਆਰਗੂਮੈਂਟ ਚੱਲੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਾਣਯੋਗ ਕੋਰਟ ਨੇ ਆਰਡਰ ਦੇ ਵਿੱਚ ਕਰਵਾਈਆਂ ਤੇ ਸਪੈਸ਼ਲ ਸਰਕਮਸਟਾਂਸ ਦੇ ਅਧੀਨ ਸਾਡੀ ਮਾਣਯੋਗ ਕੋਰਟ ਨੇ ਬੇਲ ਐਪਲੀਕੇਸ਼ਨ ਅਲਾਉ ਕੀਤੀ। ਠੀਕ ਹੈ, ਸੋ ਪਰਵਾਨਾ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ। ਭਾਈ ਸਾਹਿਬ ਜੇਲ੍ਹ ਪਹਿਲਾਂ ਵੀ ਗਏ ਹੋ, ਪਰ ਇਸ ਵਾਰ ਲੰਬਾ ਵਕਫਾ ਕਰ ਲਗਭਗ ਕਰੀਬ 7 ਮਹੀਨੇ ਅੰਦਰ ਰਹੇ, ਤਾਂ ਜੇ ਦੇਖਿਆ ਜਾਵੇ ਤਾਂ ਜ਼ਿੰਦਗੀ 'ਚ ਕੁਝ ਬਦਲਾਅ ਆਇਆ? ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਦੇਖ ਰਹੇ ਸਾਰੇ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਲਾ ਸਾਹਿਬ ਜਦੋਂ ਤੁਸੀਂ ਗੱਲ ਕਰਦੇ ਹੋ ਲੰਮਾ ਸਮਾਂ 7 ਮਹੀਨੇ, ਤਾਂ ਸੱਚ ਜਾਣਿਓ ਜਿਹੜੇ ਸਾਡੇ ਭਰਾ 35 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਕੌਮ ਵਾਸਤੇ, ਕੌਮੀਅਤ ਵਾਸਤੇ, ਜਿਨ੍ਹਾਂ ਦੀ ਆਪਣੀ ਕੋਈ ਨਿੱਜੀ ਲੜਾਈ ਨਹੀਂ ਸੀ ਤੇ ਪੰਜਾਬ ਦੇ ਵਿੱਚ ਕਿੱਦਾਂ ਦੇ ਹਾਲਾਤ ਹੋਏ ਤੇ ਉਹਨਾਂ ਨੇ ਆਪਣੇ ਸਿਰ ਤੇ ਉਹ ਝੱਲਿਆ ਤੇ 35 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਨੇ ਤੇ ਉਹਨਾਂ ਦੀ ਕੁਰਬਾਨੀ ਦੇ ਅੱਗੇ ਸਾਡੇ 7 ਮਹੀਨੇ ਜਿਹੜੇ ਨੇ ਉਹ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ ਹੈਗੇ। ਸੋ ਇਹ ਬਹੁਤ ਮੈਨੂੰ ਲੱਗਦਾ ਵੀ ਉਹਨਾਂ ਦੇ ਮੁਕਾਬਲੇ ਬੜਾ ਥੋੜ੍ਹਾ ਸਮਾਂ ਹੈ।
ਦੇਖਿਆ ਜਾਵੇ ਤਾਂ ਤੁਹਾਡੀ ਜਿਹੜੀ ਲੀਗਲ ਟੀਮ ਕਹੀ ਜਾ ਸਕਦੀ ਹੈ ਵੱਡੀ, ਕਹਿੰਦੇ ਲੜਾਈ ਲੜੀ ਤਾਂ ਤੁਹਾਡੀ ਪਤਨੀ ਨੇ ਬਹੁਤ ਸਫ਼ਰ ਕੀਤਾ, ਮੇਰੀ ਗੱਲਬਾਤ ਵੀ ਹੋਈ, ਬੱਚੇ ਬਹੁਤ ਕੱਲੇ ਤੁਸੀਂ ਕਿਹਾ ਕਿ 1000 ਕਿਲੋਮੀਟਰ ਦਾ ਵੀ ਸਫ਼ਰ ਤੈਅ ਕੀਤਾ, ਤਾਂ ਪਰਿਵਾਰ ਦਾ ਵੀ ਜੇ ਦੇਖਿਆ ਜਾਵੇ ਤਾਂ ਤੁਸੀਂ ਅੰਦਰ ਸੀਗੇ ਤਾਂ ਪਿੱਛੇ ਪਰਿਵਾਰ ਨੇ ਵੀ ਸੰਘਰਸ਼ ਕੀਤਾ ਤੇ ਘੁੰਮਣ ਬ੍ਰਦਰਜ਼ ਬਾਰੇ ਦੇਖੋ, ਪਰਿਵਾਰ ਨੇ ਤਾਂ ਜਿਹੜਾ ਸੰਘਰਸ਼ ਕਰਨਾ ਹੈ ਉਹ ਉਹਨਾਂ ਦਾ ਜ਼ਿੰਮੇਵਾਰੀ ਵੀ ਹੈ, ਫਰਜ਼ ਵੀ ਹੈ, ਪਰ ਇਸ ਫਰਜ਼ ਨੂੰ ਬਹੁਤ ਘੱਟ ਨਿਭਾਉਂਦੇ ਨੇ। ਇੱਦਾਂ ਦੇ ਫਰਜ਼ ਜਦੋਂ ਇੱਦਾਂ ਦਾ ਮਾਹੌਲ ਬਣ ਜਾਂਦਾ ਹੈ ਤੇ ਪਰ ਮੈਂ ਆਪਣੇ ਧਰਮ ਸੁਪਤਨੀ ਦਾ ਮਤਲਬ ਸ਼ਬਦ ਤਾਂ ਨਹੀਂ, ਕੋਈ ਧੰਨਵਾਦ ਸ਼ਬਦ ਨਹੀਂ ਬਣਦਾ, ਕਿਉਂਕਿ ਅੱਜ ਸਵੇਰੇ ਗੱਲ ਹੋ ਰਹੀ ਸੀ, ਉਹ ਕਹਿੰਦੀ ਸੀ ਵੀ ਨਾ ਤਾਂ ਮੈਂ ਇਹ ਭੱਜ ਨੱਠ ਇਹ ਲੜਾਈ ਤੁਹਾਡੇ ਵਾਸਤੇ ਲੜੀ, ਕਹਿੰਦੀ ਨਾ ਮੈਂ ਇਹ ਆਪਣੇ ਵਾਸਤੇ ਲੜੀ, ਕਹਿੰਦੀ ਮੈਂ ਇਹ ਲੜਾਈ ਆਪਣੇ ਬੱਚਿਆਂ ਵਾਸਤੇ ਲੜੀ ਜਿਹੜੇ ਰੋਜ਼ ਪੁੱਛਦੇ ਸੀ ਪਾਪਾ ਕਦੋਂ ਆਉਣਗੇ, ਤੇ ਕਹਿੰਦੀ ਮੇਰਾ ਫਰਜ਼ ਸੀਗਾ। ਪਰ ਸਭ ਤੋਂ ਵੱਡੀ ਗੱਲ ਸ਼ੁਕਲਾ ਸਾਹਿਬ ਜਿਹੜੀ ਇਸ ਕੇਸ ਦੇ ਵਿੱਚ ਆ, ਉਹ ਵੱਡੀ ਗੱਲ ਇਹ ਆ ਵੀ ਮੇਰੇ ਭਰਾ ਬੈਠੇ ਨੇ, ਵਾਣਯੋਗ ਵੱਡੇ ਵੀਰ ਘੁੰਮਣ ਬ੍ਰਦਰ ਬੈਠੇ ਨੇ, ਤੇ ਮੈਂ ਕੋਈ ਸ਼ਬਦ ਨਹੀਂ ਮੇਰੇ ਕੋਲ ਇਹਨਾਂ ਵਾਸਤੇ, ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਕੇਸ ਦੇ ਵਿੱਚ ਭਰੋਸਾ, ਤੇ ਔਰ ਇਹਨਾਂ ਦੇ ਉੱਪਰ ਜਿਹੜਾ ਮੇਰਾ ਭਰੋਸਾ ਸੀ ਉਹ ਅੱਖਾਂ ਬੰਦ ਕਰਕੇ, ਕਿਉਂਕਿ ਭਰੋਸਾ ਜਿਹੜਾ ਹੁੰਦਾ ਨਾ ਉਹ ਬਲਾਈਂਡ ਹੀ ਹੁੰਦਾ ਜੀ, ਬਿਲਕੁਲ ਉਹ ਭਰੋਸਾ ਤੁਹਾਨੂੰ ਅੱਖਾਂ ਬੰਦ ਕਰਕੇ ਜੇ ਨਹੀਂ ਕਰਨਾ ਤੇ ਅੱਖਾਂ ਖੋਲ੍ਹ ਕੇ ਵੀ ਨਹੀਂ ਹੋਣਾ ਭਰੋਸਾ ਤੁਹਾਨੂੰ ਕਿਸੇ ਤੇ ਉਹ ਭਰੋਸਾ ਇੱਦਾਂ ਸੀ ਵੀ ਕਿਉਂਕਿ ਸਾਡਾ ਐਕਸਪੀਰੀਅੰਸ ਜਦੋਂ ਲਾਸਟ ਟਾਈਮ ਮੈਂ 2 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਅਤੇ ਉਦੋਂ ਇੱਕ ਫੈਮਿਲੀਅਰ ਮਾਹੌਲ ਜਿਹੜਾ ਸਾਡਾ ਇਸ ਪਰਿਵਾਰ ਦੇ ਨਾਲ ਬਣ ਗਿਆ, ਸੋ ਮੈਂ ਦਾਅਵੇ ਨਾਲ ਕਹਿ ਸਕਦਾ ਗੱਲ ਵੀ ਮੈਂ 7 ਮਹੀਨੇ ਦੇ ਵਿੱਚ ਘੁੰਮਣ ਬ੍ਰਦਰ ਨੂੰ ਇੱਕ ਵੀ ਫੋਨ ਨਹੀਂ ਕੀਤਾ, ਪੁੱਛਿਆ ਜੀ ਵੀ ਕੀ ਚੱਲ ਰਿਹਾ, ਕੀ ਕੇਸ ਹੋ ਰਿਹਾ, ਕੀ ਕਿੱਥੇ ਖੜਿਆ ਹੋਇਆ, ਸੈਸ਼ਨ ਕਿਹੜੀ ਤਰੀਕ ਹੈ, ਮੈਨੂੰ ਤਰੀਕ ਤੱਕ ਵੀ ਨਹੀਂ ਪਤਾ, ਜਿੱਦਣ ਮੇਰੀ ਜ਼ਮਾਨਤ ਹੋਈ ਮੈਨੂੰ ਉਹ ਵੀ ਨਹੀਂ ਸੀ ਪਤਾ ਵੀ ਉਦਣ ਮੇਰੀ ਹਾਈ ਕੋਰਟ 'ਚ ਮੇਰੀ ਤਰੀਕ ਆ, ਮੈਨੂੰ ਇਹ ਵੀ ਨਹੀਂ ਸੀ ਪਤਾ, ਕਿਉਂਕਿ ਮੈਂ ਇਹਨਾਂ ਵੀਰਾਂ ਦੇ ਮੋਢਿਆਂ 'ਤੇ ਸੱਟੀ ਹੋਈ ਸੀ, ਕਿਉਂਕਿ ਇਹ ਵਕੀਲ ਬਣ ਕੇ ਨਹੀਂ ਸੀ ਮੇਰਾ ਕੇਸ ਲੜ ਰਹੇ, ਮੇਰੇ ਵੱਡੇ ਭਰਾ ਬਣ ਕੇ ਜਿਹੜੀ ਇਸ ਲੜਾਈ ਨੂੰ ਅਸੀਂ ਲੜ ਰਹੇ ਸੀਗੇ। ਸੋ ਮੈਂ ਆਮ ਸੰਗਤਾਂ ਨੂੰ ਦੇਖੋ ਬੇਨਤੀ ਕਰਨਾ ਚਾਹਾਂਗਾ, ਦੇਖੋ ਸਾਡਾ ਵੀ ਵਕੀਲਾਂ ਨਾਲ ਬਹੁਤ ਵਾਹ ਪੈਂਦਾ ਰਹਿੰਦਾ ਹੈ, ਕਿਉਂਕਿ ਮੇਰੇ ਤੇ ਹੁਣ 8 ਕੇਸ ਜਿਹੜੇ ਪਰਚੇ ਹੋ ਚੁੱਕੇ ਨੇ ਕੌਮ ਦੇ ਨਾਲ, ਪੰਥ ਨਾਲ, ਠੀਕ ਹੈ, ਕਦੇ ਅਸੀਂ ਇਸ ਗੱਲ ਨੂੰ ਸ਼ੋਅ ਤੇ ਨਹੀਂ ਕੀਤਾ, ਰੋਲਾ ਨਹੀਂ ਪਾਇਆ, ਕਿਉਂਕਿ ਕਿਹੜਾ ਇਹ ਤਾਂ ਜੇ ਲੜਾਈ ਲੜਾਂਗੇ ਕੌਮ ਵਾਸਤੇ ਤਾਂ ਇਹ ਚੀਜ਼ਾਂ ਨੂੰ ਝੱਲਣਾ ਪੈਣਾ। ਪਰ ਮੈਂ ਸੰਗਤਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ, ਚਲੋ ਪਹਿਲੀ ਗੱਲ ਤਾਂ ਕਦੇ ਕਿਸੇ ਨੂੰ ਐਸੇ ਕਦੇ ਤਕਲੀਫ ਨਾ ਆਵੇ ਵੀ ਤੁਹਾਨੂੰ ਕਚਹਿਰੀਆਂ ਕੋਰਟਾਂ ਦੇ ਧੱਕੇ ਖਾਣੇ ਪੈਣ, ਪਰ ਜਿਹੜੇ ਮੈਂ ਕਹਿੰਦਾ ਹੁੰਦਾ ਵੀ ਵਕੀਲ ਤਾਂ ਜੱਜਾਂ ਨੂੰ ਵੀ ਕਰਨੇ ਪੈ ਜਾਂਦੇ ਨੇ, ਪਰ ਜੇ ਕਦੇ ਤੁਹਾਡੇ 'ਤੇ ਕਦੇ ਵਿਪਤਾ ਕੋਈ ਇੱਦਾਂ ਦੀ ਪੈਂਦੀ ਆ ਤਾਂ ਜੇ ਤੁਸੀਂ ਘੁੰਮਣ ਬ੍ਰਦਰ ਪਰਿਵਾਰ ਦੇ ਨਾਲ ਆ ਕੇ ਤੁਸੀਂ ਬੈਠੋਗੇ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਹ ਕਹਿਣਗੇ ਵੀ ਅਸੀਂ ਕਿਸੇ ਵਕੀਲ ਕੋਲ ਨਹੀਂ ਗਏ, ਅਸੀਂ ਆਪਣੇ ਪਰਿਵਾਰ ਕੋਲ ਗਏ ਹਾਂ, ਕਿਉਂਕਿ ਇੱਕ ਪਰਿਵਾਰ ਬਣ ਕੇ ਇਹ ਉਸ ਜ਼ਿੰਮੇਵਾਰੀ ਨੂੰ ਜਿਹੜਾ ਉਹ ਨਿਭਾਉਂਦੇ ਨੇ। ਸੋ ਉਸ ਜ਼ਿੰਮੇਵਾਰੀ ਨਿਭਾਇਆ ਵੀ ਹੈ ਅਤੇ ਉਹਦਾ ਰਿਜ਼ਲਟ ਜਦੋਂ 302 ਦਾ ਨਾਮ ਆ ਜਾਂਦਾ ਤੇ ਮਤਲਬ ਚੰਗੇ ਬੰਦਿਆਂ ਦੇ ਜਿਹੜੇ ਹੌਸਲੇ ਨੇ ਉਹ ਪਸਤ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ ਵੀ 302 ਲੱਗ ਗਈ ਵੀ ਹੁਣ ਕੀ ਹੋਊਗਾ। ਤੇ ਮੇਰੇ ਮਨ ਵਿੱਚ ਵੀ ਮੈਂ ਓਨੈਸਟਲੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿਣਾ ਚਾਹੁੰਦਾ, ਤੇ ਮੈਂ ਆਪਣੀ ਮਿਸਿਸ ਨੂੰ ਵੀ ਸਿੰਘਾਂ ਨੂੰ ਵੀ ਕਹਿਤਾ ਸੀ ਵੀ ਆਰਾਮ ਨਾਲ ਬਹਿ ਜਾਓ, 2 ਸਾਲ ਦਾ ਸਮਾਂ ਲੱਗਣਾ, ਮੈਂ 2 ਸਾਲ ਬਾਅਦ ਆਊਂਗਾ, ਆਰਾਮ ਨਾਲ ਮੈਨੂੰ ਬਾਣੀ ਪੜ੍ਹਨ ਦਾ ਆਨੰਦ ਲੈਣ ਦਿਓ। ਪਰ 7 ਮਹੀਨੇ ਦੇ ਵਿੱਚ ਇਸ ਚੀਜ਼ ਦੀ ਪ੍ਰਾਪਤੀ ਕਰਨੀ, ਸੋ ਮੈਂ ਕਹਿੰਦਾ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਇਹਨਾਂ ਵੀਰਾਂ ਦੀ ਹਿੰਮਤ ਦੇ ਨਾਲ, ਮਿਹਨਤ ਨਾਲ ਇੱਕ ਮਿਰੇਕਲ, ਇੱਕ ਚਮਤਕਾਰ ਹੈ। ਭਾਈ ਸਾਹਿਬ ਸਵਾਲ ਇਹ ਹੈ, ਜਦੋਂ ਕਿਸੇ ਦੇ ਨਾਮ ਦੇ ਅੱਗੇ ਭਾਈ ਲੱਗ ਜਾਵੇ, ਭਾਈ ਬਰਜਿੰਦਰ ਸਿੰਘ ਪਰਵਾਨਾ, ਸਿੱਖ ਪ੍ਰਚਾਰਕ, ਤਾਂ ਜ਼ਿੰਮੇਵਾਰੀ ਵੱਡੀ ਨਹੀਂ ਹੋ ਜਾਂਦੀ ਕਿ ਭਾਈਚਾਰਕ ਏਕਤਾ ਕਿਵੇਂ ਰਹੂਗੀ? ਜੇ ਦੇਖਿਆ ਜਾਵੇ ਤਾਂ ਸਾਰੇ ਧਰਮ ਇੱਕ ਕਿਵੇਂ ਰਹਿਣਗੇ? ਤਾਂ ਇਹ ਚੀਜ਼ ਕਦੇ ਮਹਿਸੂਸ ਹੋਇਆ ਕਿ ਕਦੇ ਮੇਰੀ ਕਹੀ ਹੋਈ ਬਾਣੀ ਨਾਲ ਕਿਸੇ ਦਾ ਦਿਲ ਨਾ ਦੁੱਖ ਜਾਵੇ? ਦੇਖਿਆ ਜਾਵੇ ਤਾਂ ਅੱਗਿਓਂ ਕੋਈ ਬੰਦਾ ਕੀ ਬੋਲ ਰਿਹਾ ਮੈਟਰ ਨਹੀਂ ਕਰਦਾ, ਪਰ ਜਦੋਂ ਅਸੀਂ ਪ੍ਰਚਾਰਕ ਬਣ ਜਾਂਦੇ ਹਾਂ ਤਾਂ ਸਾਡੇ 'ਤੇ ਕਿੰਨੀ ਵੱਡੀ ਜ਼ਿੰਮੇਵਾਰੀ ਭਾਈ ਸਾਹਿਬ ਪੈ ਜਾਂਦੀ ਹੈ। ਦੇਖੋ ਇਹ ਤੁਹਾਡਾ ਸਵਾਲ ਨਾ ਬਹੁਤ ਵਧੀਆ, ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਕਈ ਵਾਰ ਬੋਲਣ ਦੇ ਉੱਪਰ, ਕਿਉਂਕਿ ਹਰੇਕ ਇਨਸਾਨ ਨੂੰ ਆਪਣੇ ਬਾਰੇ ਪਤਾ ਹੁੰਦਾ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਦੇ ਬੋਲਿਆ ਹੋਵੇ ਅਤੇ ਮੇਰੇ ਬੋਲਣ ਨਾਲ ਕਦੇ ਕਿਸੇ ਦਾ ਹਿਰਦਾ ਨਾ ਦੁਖਿਆ ਹੋਵੇ। ਮੈਂ ਇਸ ਗੱਲ ਨੂੰ ਅਸੈਪਟ ਕਰਦਾ ਵੀ ਕਦੇ ਕੁਝ ਇੱਦਾਂ ਦੇ ਸ਼ਬਦ ਜ਼ਰੂਰ ਬੋਲੇ ਜਾਂਦੇ ਨੇ, ਕਿਸੇ ਦੂਜੇ ਬੰਦੇ ਦਾ ਹਿਰਦਾ ਜਿਹੜਾ ਉਹ ਦੁੱਖ ਸਕਦਾ, ਪਰ ਜਿਹੜੀ ਗੱਲ ਹੈ ਆਪਣਾ ਭਾਈਚਾਰਕ ਸਾਂਝ ਦੀ, ਤੁਸੀਂ ਭਾਈ ਸ਼ਬਦ ਦੀ ਗੱਲ ਕਰ ਰਹੇ ਹੋ, ਦੇਖੋ ਮੇਰਾ ਸੁਭਾਅ ਆ ਭਾਈ ਸ਼ਬਦ ਬਹੁਤ ਵੱਡਾ ਹੈ, ਅਤੇ ਮੇਰੀਆਂ ਕਿਤਾਬਾਂ ਛਪਦੀਆਂ ਨੇ ਜਾਂ ਮੇਰੇ ਪੋਸਟਰ ਲੱਗਦੇ ਨੇ, ਅਤੇ ਮੈਂ ਨਾ ਗਿਆਨੀ ਲਿਖਦਾ
ਕਿਉਂ ਗਿਆਨੀ ਇੱਕ ਪਦਵੀ ਹੈ। ਭਾਈ ਸ਼ਬਦ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਪਦਵੀ ਮਿਲਦੀ ਹੈ, ਸਤਿਕਾਰ ਉਹਨਾਂ ਨੂੰ। ਮੇਰਾ ਨਾਮ ਮੁਰੇ ਮੈਂ ਸਿਰਫ ਬਰਜਿੰਦਰ ਸਿੰਘ ਪਰਵਾਨਾ ਲਿਖਦਾ। ਸੰਗਤ ਸਤਿਕਾਰ ਨਾਲ ਭਾਈ ਸ਼ਬਦ ਦਰਜਾ ਦਿੰਦੀ ਹੈ। ਔਰ ਮੈਂ ਕੋਸ਼ਿਸ਼ ਕੀਤੀ ਅੱਜ ਤੱਕ ਵੀ ਮੈਂ ਇਸ ਦੇਖੋ ਇਟਸ ਨਾਟ ਮਾਈ ਪ੍ਰੋਫੈਸ਼ਨ ਹੈ ਨਾ, ਮੈਂ ਇਸ ਲਾਈਨ 'ਚ ਪ੍ਰੋਫੈਸ਼ਨ ਨੂੰ ਲੈ ਕੇ ਨਹੀਂ ਸੀ ਆਇਆ ਧਾਰਮਿਕ। ਮੈਂ ਵੀ ਕਦੇ ਕਲੀਨ ਸ਼ੇਪ ਸੀ, ਮੈਂ ਵੀ ਕਦੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਸੀ। ਮੈਨੂੰ ਸਤਿਗੁਰੂ ਪਾਤਸ਼ਾਹ ਨੇ ਕੱਢਿਆ ਜੀ, ਕੱਢਿਆ ਤੇ ਮੈਂ ਹਰੇਕ ਧਰਮ ਨੂੰ ਪੜ੍ਹਿਆ, ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਜਾਣਦੇ ਨਹੀਂ ਵਾਟਸ ਦਾ ਮੀਨ ਆਫ ਰਿਲੀਜਨ ਹੈ ਨਾ। ਅਜੇ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਵੀ ਧਰਮ ਸ਼ਬਦ ਧਰੀ ਧਾਤੂ ਤੋਂ ਨਿਕਲਿਆ, ਰਿਲੀਜਨ ਦਾ ਕੀ ਮਤਲਬ ਹੈ, ਰਿਲੀਜੋ ਟੂ ਯੂਨਾਈਟ, ਮਜ਼ਹਬ ਜ਼ੋਹਬ ਸ਼ਬਦ ਤੋਂ ਨਿਕਲਿਆ। ਸਾਡੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ। ਤੋ ਧਰਮ ਤਾਂ ਸਮਝਣਾ ਤਾਂ ਬੜੀ ਵੱਡੀ ਗੱਲ ਹੈ। ਤੇ ਜਿਹੜੀ ਗੱਲ ਕਰਦੇ ਹੋ ਤੁਸੀਂ ਭਾਈਚਾਰਕ ਦੀ, ਤੇ ਮੈਂ ਦਾਅਵੇ ਨਾਲ ਕਹਿ ਸਕਦਾ ਉਹਨਾਂ ਵੀਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਆ ਕੇ 25 30 ਗਨਮੈਨ ਲੈ ਕੇ ਬੈਠੇ ਹੁੰਦੇ ਨੇ ਔਰ ਘਰ ਵਿੱਚ ਬੈਠ ਕੇ ਉਹ ਵੀਡੀਓ ਪਾਉਂਦੇ ਨੇ, ਬਾਹਰ ਜਨਤਕ ਨਹੀਂ ਵਿਚਰ ਸਕਦੇ। ਜੇ ਅਸੀਂ ਲੋਕਾਂ ਦੇ ਦਿਲ ਦੁਖਾਉਂਦੇ ਹੋਈਏ ਜਾਂ ਅਸੀਂ ਕੋਈ ਇੱਦਾਂ ਦੇ ਸ਼ਬਦ ਬੋਲਦੇ ਹੋਈਏ ਤੇ ਅਸੀਂ ਕਦੇ ਇਕੱਲੇ ਬਾਜ਼ਾਰ ਨਹੀਂ ਘੁੰਮ ਸਕਦੇ। ਮੈਂ ਤਾਂ ਇਕੱਲਾ ਹੀ ਤੁਰਿਆ ਫਿਰਦਾ ਆਰਾਮ ਨਾਲ। ਪਰਵਾਨਾ ਜੀ, ਜਵਾਬ ਦੇਣਾ ਜ਼ਰੂਰੀ ਹੈ ਤੁਹਾਡੇ ਔਰ ਉਹਨਾਂ 'ਚ ਤਾਂ ਫਰਕ ਹੀ ਨਹੀਂ ਰਹਿਣਾ ਫਿਰ ਕੋਈ। ਹਾਂ, ਜਵਾਬ ਜਿਹੜੀ ਗੱਲ ਇਹ ਹੈ ਨਾ, ਦੇਖੋ ਹਰੇਕ ਬੰਦੇ ਦੇ ਨਾ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਉਹ ਭਾਵਨਾਵਾਂ ਜਿਹੜੀਆਂ ਨੇ ਉਹ ਆਹਤ ਹੁੰਦੀਆਂ ਨੇ, ਠੇਸ ਪਹੁੰਚਦੀ ਆ। ਤੇ ਉੱਥੇ ਫਿਰ ਉਸ ਚੀਜ਼ ਨੂੰ ਬੋਲਣਾ, ਉਸ ਚੀਜ਼ ਦੇ ਉੱਪਰ ਸਟੈਂਡ ਕਰਨਾ ਸਾਡਾ ਜਿਹੜਾ ਬੰਦਾ, ਜਿੱਥੇ ਤੱਕ ਮੈਂ ਜਾਣਦਾ ਪਰਵਾਨਾ ਜੀ, ਜਿਹੜਾ ਬੰਦਾ ਬਾਣੀ ਪੜ੍ਹਦਾ ਉਹਦੇ ਵਿੱਚ ਤਾਂ ਬਹੁਤ ਹਲੀਮੀ ਆ ਜਾਂਦੀ ਹੈ। ਉਹ ਬੰਦਾ ਬਹੁਤ ਚੀਜ਼ ਟੋਲਰੇਟ ਕਰ ਲੈਂਦਾ, ਬਹੁਤ ਚੀਜ਼ਾਂ ਬਰਦਾਸ਼ਤ ਕਰਨ ਦੀ ਬਾਣੀ ਸ਼ਕਤੀ ਦਿੰਦੀ ਹੈ। ਦੇਖੋ ਬਾਣੀ ਸ਼ਕਤੀ ਦਿੰਦੀ, ਬਾਣੀ ਫਿਰ ਇਹ ਵੀ ਸ਼ਕਤੀ ਦਿੰਦੀ ਹੈ। ਚੂ ਕਰ ਆਜ਼ਮਾ ਹੀਲ ਤੇ ਦਰ ਗੁਜਸਤ ਹਲਾਲਸ ਬੁਰਦਨ ਬਾ ਸ਼ਮਸ਼ੀਰ ਦਸਤ। ਬਾਣੀ ਤੇ ਫਿਰ ਇਹ ਵੀ ਸ਼ਕਤੀ ਦਿੰਦੀ ਹੈ ਨਾ ਵੀ ਗੁਰ ਕੀ ਨਿੰਦ ਸੁਣਿਆ ਨਾ ਕਾਨ ਭੇਟਾ ਸੰਗ ਕਰੋ ਕਿਰਪਾਨ। ਬਾਣੀ ਤੇ ਇਹ ਵੀ ਦਿੰਦੀ ਹੈ। ਬਾਣੀ ਤੇ ਇਹ ਵੀ ਕਹਿੰਦੇ ਖਖੰਡ ਬਹੰਡੰ ਖਲਦਲ ਖੰਡੰ ਅਤਰਨ ਮੰਡੰ ਬਰਬੰਡੰ ਕੁਝ ਦੰਡਿਆ ਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪਰਮੰ ਸੁਸੰਤਾ ਕਰਨੰ ਦੁਰਮਾ ਦਰਨੰ ਕਿਲਵੇ ਖਾਰਨੰ ਆਸਨੰ ਜੈ ਜੈ ਜਾਕਾਰਨ ਸਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗਨ। ਬਾਣੀ ਇਹ ਵੀ ਤਾਂ ਕਹਿੰਦੀ ਹੈ ਪ੍ਰਥਮ ਭਗਉਤੀ ਸਿਮਰ ਕੇ ਹੈ ਵੀ ਸਾਨੂੰ ਤਾਂ ਪਹਿਲਾਂ ਸ਼ਸਤਰ ਦੀ ਪੂਜਾ ਜਿਹੜੀ ਉਹ ਸਿਖਾਈ ਹੈ। ਸੋ ਇਸ ਕਰਕੇ ਸਾਨੂੰ ਮੀਰੀ ਤੇ ਪੀਰ ਦਾ ਸਿਧਾਂਤ ਜਿਹੜਾ ਹੈ ਉਹ ਸਤਿਗੁਰੂ ਪਾਤਸ਼ਾਹ ਨੇ ਵੀ ਦੇਖੋ ਅਸੀਂ ਕਿਸੇ ਤੇ ਪਹਿਲ ਨਹੀਂ ਕਰਦੇ। ਸੋ ਇਸ ਕਰਕੇ ਜੇ ਗੱਲ ਕਰੀਏ, ਮੈਂ ਅੱਜ ਦਾਅਵੇ ਨਾਲ ਤੁਹਾਡੇ ਚੈਨਲ ਤੇ ਕਹਿ ਸਕਦਾ ਵੀ ਜਿਹੜੇ ਲੋਕ ਇਹ ਮੈਨੂੰ ਜੇ ਕਿਸੇ ਦੇ ਮਨ 'ਚ ਵਹਿਮ ਹੋਵੇ ਵੀ ਮੈਂ ਕਿਸੇ ਧਰਮ ਦੇ ਪ੍ਰਤੀ ਗਲਤ ਬੋਲਣ ਵਾਲਾ, ਤੇ ਉਹੀ ਧਰਮ ਦੇ 10,000 ਲੋਕਾਂ ਦਾ ਇਕੱਠ ਕਰਕੇ ਮੈਂ ਵਿਖਾ ਸਕਦਾ ਵੀ ਮੈਨੂੰ ਕਿੰਨਾ ਪਿਆਰ ਕਰਦੇ ਨੇ ਉਹ ਲੋਕ। ਜੇਲ੍ਹ 'ਚੋਂ ਕੁਝ ਸਿੱਖਣ ਨੂੰ ਮਿਲਿਆ ਬਹੁਤ ਚੀਜ਼ਾਂ। ਜੇਲ੍ਹ 'ਚੋਂ ਹਮੇਸ਼ਾ ਹੀ ਸਿੱਖਣ ਨੂੰ ਮਿਲਦਾ। ਜੇਲ੍ਹ 'ਚ ਸੁਧਾਰ ਘਰ ਦਾ ਮਤਲਬ ਇਹੀ ਹੁੰਦਾ ਵੀ ਸੁਧਾਰ ਕੁਝ ਸਿੱਖਿਆ ਹੀ ਜਾਂਦਾ। ਤੇ ਉੱਥੇ ਸਭ ਤੋਂ ਵੱਡੀ ਗੱਲ ਹੈ ਜੀ, ਤੁਸੀਂ ਆਪਣੇ ਆਪ ਨੂੰ ਸਿੱਖਦੇ ਹੋ ਵੀ ਤੁਸੀਂ ਕੀ ਹੋ। ਆਪਣੇ ਆਪ ਦਾ ਚਿੰਤਨ ਕਰਨ ਤੁਹਾਨੂੰ ਟਾਈਮ ਮਿਲਦਾ, ਮੈਡੀਟੇਸ਼ਨ ਦਾ ਤੁਹਾਨੂੰ ਟਾਈਮ ਮਿਲਦਾ। ਇਹ ਆਪਣੇ ਵਾਸਤੇ ਵਿੱਚ ਹੈ ਵੀ ਤੁਸੀਂ ਜੇਲ੍ਹ ਨੂੰ ਕਿਵੇਂ ਕੱਟਣਾ। ਦੇਖੋ ਚਿੰਤਾ ਜਿਹੜੀ ਹੈ ਨਾ, ਹੁਣ ਮੈਂ 5 ਕਿਲੋ ਦਾ ਭਾਰ ਹੈ, ਮੈਂ ਉਹ 5 ਮਿੰਟ ਵਾਸਤੇ ਸਿਰ ਤੇ ਰੱਖ ਲਿਆ, ਕੋਈ ਫਰਕ ਨਹੀਂ ਪੈਣਾ। ਉਹੀ ਭਾਰ 10 ਮਿੰਟ ਵਾਸਤੇ ਰੱਖ ਲਿਆ, ਥੋੜ੍ਹੀ ਜਿਹੀ ਗਰਦਨ ਦੁਖੇਗੀ। ਉਹੀ 5 ਕਿਲੋ ਭਾਰ ਮੈਂ 2 ਘੰਟੇ ਸਿਰ ਤੇ ਰੱਖ ਲਿਆ ਤੇ ਮੇਰੀ ਤਾਂ ਗਰਦਨ ਟੁੱਟੇਗੀ ਨਾ। ਬਸ ਇਹ ਫਰਕ ਹੈ ਵੀ ਜੇਲ੍ਹ ਦੇ ਵਿੱਚ ਜੇ ਤੁਸੀਂ ਚਿੰਤਾ ਨੂੰ 5 ਕਿਲੋ ਭਾਰ ਸਮਝ ਕੇ 5 ਮਿੰਟ ਸਾਈਡ ਤੇ ਛੱਡ ਦਿਓ ਤਾਂ ਤੁਹਾਡੀ ਜੇਲ੍ਹ ਜਿਹੜੀ ਉਹ ਬੜੀ ਵਧੀਆ ਜਿਹੜੀ ਸਮਾਂ ਬਤੀਤ ਹੋ ਜਾਂਦਾ। ਤੇ ਬਾਣੀ ਦੇ ਨਾਲ ਜੁੜੋ, ਨਾਮ ਸਿਮਰਨ ਨਾਲ ਜੁੜੋ। ਬਾਕੀ ਉੱਥੇ ਕਈ ਨੌਜਵਾਨਾਂ ਨੇ ਕੇਸ ਰੱਖੇ, ਬਹੁਤ ਨੌਜਵਾਨਾਂ ਨੇ ਨਸ਼ਾ ਛੱਡਿਆ, ਗੋਲੀਆਂ ਛੱਡੀਆਂ ਤੇ ਬੜਿਆਂ ਨੇ ਬਾਣੀ ਨਾਲ ਜੁੜੇ ਨੇ, ਸੰਥਿਆ ਕੀਤੀ ਕਈਆਂ ਨੇ ਗੁਰਬਾਣੀ ਦੀ। ਸੋ ਮੇਰਾ ਸਫ਼ਰ ਬੜਾ ਵਧੀਆ ਰਿਹਾ ਜੇਲ੍ਹ ਦਾ ਜੀ। ਜੇ ਘੁੰਮਣ ਸਾਹਿਬ ਦੇਖਿਆ ਜਾਵੇ ਤਾਂ ਹਲੇ ਬੇਲ ਹੀ ਹੋਈ ਹੈ, ਲੜਾਈ ਲੰਬੀ ਹੈ ਕਿਉਂਕਿ ਹਜੇ ਟੈਕਨੀਕਲ ਚੀਜ਼ਾਂ ਬਹੁਤ ਹੋਣਗੀਆਂ। ਕੀ ਚੀਜ਼ਾਂ ਹੋਰ ਅੱਗੇ ਕੇਸ ਸਾਹਮਣੇ? ਦੇਖੋ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਚੀਜ਼ ਜ਼ਰੂਰ ਕਹੂੰਗਾ। ਇੱਕ ਦਰਖਾਸਤ ਹੈ ਮੇਰੀ ਆਪਣੀ ਮਾਣਯੋਗ ਪੰਜਾਬ ਪੁਲਿਸ ਅੱਗੇ ਕਿ ਕਿਸੇ ਵੀ ਬੰਦੇ ਨੂੰ ਜਦੋਂ ਅਸੀਂ ਫਟਾਫਟ ਕਿਸੇ ਵੱਡੇ 302 ਵਰਗੇ ਕੇਸ 'ਚ ਕਰ ਦਿੰਦੇ ਆ ਨਾ ਭਾਜੀ ਇਨਵੋਲਵ, ਉਹਦੇ ਨਾਲ ਜਿਹੜੇ ਇੰਪੈਕਟਸ ਨੇ ਉਹ ਬੜੇ ਲੰਮਾ ਟਾਈਮ ਤੱਕ ਰਹਿੰਦੇ ਨੇ। ਹਜੇ ਇਹਨਾਂ ਦੀ ਬੇਲ ਹੋਈ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਇਨਕੁਆਇਰੀ ਜਿਹੜੀ ਹੈ, ਦੇਖੋ ਚਲਾਨ ਤਾਂ ਪ੍ਰੈਜ਼ੈਂਟ ਹੋ ਚੁੱਕਿਆ ਹੈ ਬਟ 173(8) ਜਿਹੜੀ CRPC ਦੀ ਹੈ ਉਹਦੇ 'ਚ ਫਰਦਰ ਇਨਵੈਸਟੀਗੇਸ਼ਨ ਲਈ ਕਦੀ ਵੀ ਉਹ ਫਾਈਲ ਖੁੱਲ੍ਹ ਸਕਦੀ ਹੈ। ਸੋ ਸਾਡੀ ਇੱਕ ਕੋਸ਼ਿਸ਼ ਹੋਏਗੀ ਕਿ ਮਾਣਯੋਗ DGP ਔਰ SSP ਸਾਹਿਬ ਕਪੂਰਥਲਾ ਨੂੰ ਮਿਲ ਕੇ ਇੱਕ ਮੌਕਾ ਉਹਨਾਂ ਨੂੰ ਕਹਿਣਾ ਕਿ ਸਾਨੂੰ ਇਨਕੁਆਇਰੀ ਦਾ ਦੇ ਦਿਓ। ਜੇ ਇਨਕੁਆਇਰੀ 'ਚ ਇਹ ਦੇਖੋ ਜਿੱਦਾਂ ਕੇਸ ਹੈ, ਕੇਸ ਦੇ ਹਿਸਾਬ ਨਾਲ ਜੇ ਉਹ ਫਾਈਲ ਸਾਡੀ ਰੀਓਪਨ ਹੁੰਦੀ, ਕਿਉਂਕਿ ਅਸੀਂ CRPC 'ਚ ਦੇਖਣਾ ਕਿ ਸਾਡੇ ਕੋਲ ਹੁਣ ਕੀ ਵੇ ਕੀ ਹੈ ਇਹਦੇ 'ਚੋਂ ਨਿਕਲਣ ਦਾ, ਉਹ ਲੜਾਈ ਲੜੀ ਜਾਏਗੀ। ਬਾਕੀ ਸਾਰੇ ਇਹ ਹੈ ਕਿ ਤਰੀਕਾਂ ਜਿਹੜੀਆਂ ਨੇ ਸਾਡੀਆਂ ਹੁਣ ਸੈਸ਼ਨ, ਕਿਉਂਕਿ ਟ੍ਰਾਇਲ ਸ਼ੁਰੂ ਹੋਣਾ ਹੈ, ਉਹ ਤਾਂ ਪਾਰਟ ਆਫ ਤੁਹਾਨੂੰ ਉਹਦਾ ਟ੍ਰਾਇਲ ਰਹਿਣਾ ਹੀ ਪੈਣਾ ਜਿੰਨਾ ਟਾਈਮ ਤੱਕ ਕੋਈ ਅੱਗੇ ਸਬਸੀਕੁਐਂਟ ਕੋਈ ਚੇਂਜ ਨਹੀਂ ਆਉਂਦੀ। ਸੋ ਸਫ਼ਰ ਜਿਹੜਾ ਹੈ ਮੈਂ ਕਹਿ ਸਕਦਾ ਕਿ ਹਜੇ ਸਾਡਾ ਸਫ਼ਰ ਔਖਾ ਹੈ। ਮੈਂ ਇੱਕ ਜਾਂਦਾ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਰੂਟੀਨ ਦੇ ਵਿੱਚ ਬਹੁਤ ਸੈਂਸਿਟਿਵ ਮਾਮਲਾ ਹੈ ਕਪੂਰਥਲੇ ਦਾ ਵੀ ਬੇਅਦਬੀ ਦਾ।
ਹਰਿਮੰਦਰ ਸਾਹਿਬ ਬੇਅਦਬੀ ਹੁੰਦੀ ਹੈ, ਹਰ ਜ਼ਿਲ੍ਹੇ 'ਚ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਨੇ। ਮੈਂ ਕਹਿੰਦਾ ਕਿ 295 ਇਹ ਜਿਹੜਾ ਹੈ 3 ਸਾਲ ਦੀ ਸਜ਼ਾ ਹੈ। ਸੀਐਮ ਸਾਹਿਬ ਨੂੰ ਦਰਖਾਸਤ ਹੈ ਵੀ ਆਪਾਂ ਇਸ ਤਰੀਕੇ ਦਾ ਸਟੇਟ ਲੈਜਿਸਲੇਚਰ ਤੋਂ ਆਪਾਂ ਇਸ ਤਰੀਕੇ ਦਾ ਬਿੱਲ ਤਿਆਰ ਕਰਵਾਈਏ ਵੀ ਇਹਦੇ 'ਚ ਪ੍ਰੋਵੀਜ਼ਨ ਜਿਹੜਾ ਵੇਖੋ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ, ਪ੍ਰੋਵੀਜ਼ਨ ਇਸ ਤਰੀਕੇ ਦਾ ਹੋਵੇ, ਉਹਦੇ 'ਚ ਡੈਥ ਪੈਨਲਟੀ ਹੋਵੇ, ਉਹਦੇ 'ਚ 20-20 ਸਾਲ ਦੀਆਂ ਸਜ਼ਾਵਾਂ ਹੋਣ। ਅਤੇ ਦੂਜੀ ਅੱਜ ਅਸੀਂ ਸਾਡੀ ਲੀਗਲ ਟੀਮ ਨੇ ਤੈਅ ਕੀਤਾ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਜਿਹੜੇ ਰਿਹਾਈ ਦਾ ਮਾਮਲਾ ਹੈ ਇਹਦੇ 'ਤੇ ਵੀ ਅਸੀਂ ਦੇਖੋ ਕਿਸੇ ਨੂੰ 20 ਸਾਲਾਂ ਹੋਈ, ਕਿਸੇ ਨੂੰ 14 ਸਾਲਾਂ ਹੋਈ ਸ਼ੁਕਲਾ ਸਾਹਿਬ, ਤਾਂ 14 ਸਾਲ 20 ਸਾਲ ਤੋਂ ਬਾਅਦ ਜੇਕਰ ਆਪਾਂ ਨੂੰ ਅੰਦਰ ਫਿਰ ਆਪਾਂ ਨੂੰ ਇਲੀਗਲੀ ਡਿਟੇਨ ਕਰਦੇ ਹਾਂ ਜਾਂ ਆਪਾਂ ਕਨਫਾਈਨ ਕਰਦੇ ਹਾਂ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਜੁਰਮ ਹੈ ਅਤੇ ਬੜਾ ਵੱਡਾ ਇੱਕ ਸਵਾਲ ਹੈ ਕੌਨਸਟੀਟਿਊਸ਼ਨ ਆਫ ਇੰਡੀਆ ਅਤੇ ਇੰਡੀਅਨ ਪੈਨਲ ਕੋਡ ਦੇ ਮੁਤਾਬਕ। ਸੋ ਮੈਂ ਇਹ ਗੱਲ ਕਰਦਾ ਕਿ ਅਸੀਂ ਸਾਰੀ ਟੀਮ ਨੇ ਅੱਜ ਤੈਅ ਕੀਤਾ ਹੈ, ਸਾਰੀਆਂ ਜਥੇਬੰਦੀਆਂ ਪਰਵਾਨਾ ਸਾਹਿਬ ਬੈਠੇ ਨੇ, ਹੋਰ ਜਥੇਬੰਦੀਆਂ ਨੂੰ ਦਰਖਾਸਤ ਹੈ ਵੀ ਸਾਰੀਆਂ ਰਲ ਮਿਲ ਕੇ ਇੱਕ ਮੰਚ ਦੇ ਉੱਪਰ ਆਪਾਂ ਸਾਨੂੰ ਸਪੋਰਟ ਕਰੋ। ਮੈਂ ਨਹੀਂ ਕਹਿੰਦਾ ਅਸੀਂ ਆ, ਹੋਰ ਵੀ ਜਿਹੜੇ ਸਾਡੇ ਲਾਇਰਸ ਨੇ, ਆਪਾਂ ਰਲ ਕੇ ਆਪਾਂ ਯਤਨ ਕਰੀਏ ਤਾਂ ਜੋ ਜਿਹੜੇ ਲੋਕ ਬੰਦੀ ਸਿੱਖ ਅੰਦਰ ਨੇ ਆਪਾਂ ਉਹਨਾਂ ਦੀ ਰਿਹਾਈ ਵਾਲੇ ਪਾਸੇ ਵੀ ਕੁਛ ਨਾ ਕੁਛ ਆਪਾਂ ਜਿਹੜਾ ਧਿਆਨ ਹੈ ਉਹ ਕੇਂਦਰਿਤ ਕਰ ਸਕੀਏ। ਲਾਸਟ ਹੀ ਸਵਾਲ ਹੈ ਪ੍ਰਵੰਨਾ ਜੀ, ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ, 5 ਦਰਿਆਵਾਂ ਦੀ ਧਰਤੀ ਹੈ। ਇਸ ਧਰਤੀ ਤੇ ਭਾਈਚਾਰਕ ਸਾਂਝ, ਸਰਬ ਧਰਮਾਂ ਦਾ ਪਿਆਰ ਮੁਹੱਬਤ ਬਣਿਆ ਰਹੇ, ਇਹਦੇ ਲਈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਦੇਖੋ, ਮੈਂ ਤਾਂ ਇਹੀ ਅਪੀਲ ਕਰਨਾ ਚਾਹਾਂਗਾ ਵੀ ਸਾਡਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਅਤੇ ਜੇ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ 'ਤੇ ਨੀਂਹ ਦੀ ਗੱਲ ਕਰਦੇ ਹਾਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਈਂ ਮੀਆਂ ਮੀਰ ਤੋਂ ਜਿਹੜੀ ਹੈ ਉਹ ਰਖਾਈ ਹੈ। ਅਤੇ ਜਦੋਂ ਸਿੱਖ ਸਮੇਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਅਤੇ ਕੌੜਾ ਮੱਲ ਜੀ ਹੋਏ ਨੇ, ਉਹਨਾਂ ਨੇ ਜਦੋਂ ਸਿੱਖਾਂ ਦੇ ਸਿਰਾਂ 'ਤੇ ਮੁੱਲ ਪੈਂਦੇ ਸੀ ਉਹਨਾਂ ਦਾ ਕਿੱਦਾਂ ਦਾ ਮਾਹੌਲ ਉਹਨਾਂ ਨੇ ਸਿਰਜਿਆ, ਬੜੇ ਇੱਦਾਂ ਦਾ ਇਤਿਹਾਸ ਬੜੇ ਮਿਲਦੇ ਨੇ। ਸੋ ਭਾਈਚਾਰਕ ਸਾਂਝ ਜਿਹੜੀ ਆ ਉਹ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ ਆ, ਔਰ ਮੈਨੂੰ ਲੱਗਦਾ ਹੈ ਵੀ ਹੈਗੀ ਵੀ ਹੈ। ਸਾਡੇ ਪੰਜਾਬ ਦੇ ਵਿੱਚ ਤੁਸੀਂ ਵੀ ਜਿੱਥੇ ਰਹਿੰਦੇ ਹੋਵੋਗੇ ਤੁਹਾਡੇ ਕੋਲ ਸਿੱਖਾਂ ਦੇ ਘਰ ਬੜੇ ਹੋਣਗੇ, ਹਿੰਦੂਆਂ ਦੇ ਘਰ, ਮੁਸਲਮਾਨ ਦੇ ਬਣੇ ਹੋਣਗੇ। ਮੈਨੂੰ ਨਹੀਂ ਲੱਗਦਾ ਵੀ ਤੁਹਾਡੀ ਉੱਥੇ ਕਿਸੇ ਦੀ ਆਪਸ 'ਚ ਕੋਈ ਲੜਾਈ ਹੁੰਦੀ ਹੋਵੇਗੀ। ਸੋ ਇਹ ਲੜਾਈ ਕੇਵਲ ਸੋਸ਼ਲ ਮੀਡੀਆ ਤੱਕ ਕੁਝ ਕੁ ਬੰਦਿਆਂ ਤੱਕ ਜਿਹੜੀ ਆ ਉਹ ਸੀਮਤ ਹੈ। ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਉਹਨਾਂ ਬੰਦਿਆਂ ਕਰਕੇ ਮਾਹੌਲ ਤਾਂ ਨਹੀਂ ਖਰਾਬ ਹੋ ਸਕਦਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰੀਏ ਉਹਨਾਂ ਨੂੰ ਸਮਝਾਉਣ ਦੀ, ਆਪਸ ਵਿੱਚ ਰਲ ਮਿਲ ਕੇ ਇਕੱਠੇ ਹੋ ਕੇ। ਮੈਂ ਦੇਖੋ ਮੈਂ ਪਹਿਲ ਕਰੋਗੇ? ਮੈਂ ਕਰਦਾ ਜੀ। ਕੋਈ ਭਾਵੇਂ ਸ਼ਿਵ ਸੈਨਾ ਵਾਲੇ ਨੇ, ਭਾਵੇਂ ਕੋਈ ਬਜਰੰਗ ਦਲ ਵਾਲੇ ਨੇ, ਅਤੇ ਭਾਵੇਂ ਉਹ ਸਾਡੇ ਵਿੱਚ ਵੀ ਬੜੇ ਨੇ, ਭਾਈ ਰਣਜੀਤ ਸਿੰਘ ਜੀ ਨੇ, ਉਹ ਨੇ, ਕੋਈ ਹੋਵੇ ਭਾਵੇਂ, ਮੈਂ ਪਹਿਲ ਕਰਦਾ। ਮੈਨੂੰ ਦੱਸੋ, ਮੈਂ ਆ ਕੇ ਮਿਲਦਾ, ਮੈਂ ਬੈਠਦਾ, ਆਪਾਂ ਬੈਠ ਕੇ ਆਪਣੀਆਂ ਜਿਹੜੇ ਮਤਭੇਦ ਨੇ, ਇੱਕ ਹੁੰਦਾ ਮਤਭੇਦ, ਇੱਕ ਹੁੰਦਾ ਮਨਭੇਦ। ਮਤਭੇਦ ਹੋਣਾ ਕੋਈ ਨੋਰਮਲ ਗੱਲ ਹੈ, ਮਨਭੇਦ ਨਹੀਂ ਹੋਣਾ ਚਾਹੀਦਾ। ਸੋ ਅਸੀਂ ਮਨਭੇਦ ਦੇ ਵਿੱਚ ਪੈ ਗਏ ਹਾਂ, ਹੈ ਨਾ। ਸੋ ਇਸ ਕਰਕੇ ਉਹ ਆਪਣੇ ਜਿਹੜੇ ਆਪਸੀ ਮਤਭੇਦ ਨੇ, ਸਾਨੂੰ ਬੈਠ ਕੇ ਜਿਹੜਾ ਸਾਨੂੰ ਤਾਂ ਗੁਰੂ ਮਹਾਰਾਜ ਨੇ ਆਪ ਹੀ ਗੁਰਸਿੱਖ ਬੈਠੋ ਸਭਾ ਵਿਛਾਏ, ਹੈ ਨਾ। ਦੁਬਿਧਾ ਦੂਰ ਕਰੋ ਲੈ ਲਾਏ ਵੀ, ਆਪਣੀ ਦੁਬਿਧਾਵਾਂ ਜਿਹੜੀਆਂ ਨੇ ਉਹਨੂੰ ਦੂਰ ਕਰੋ। ਸੋ ਹੋਰ ਵੀ ਜਿਹੜੇ ਪ੍ਰਚਾਰਕ ਨੇ, ਭਾਵੇਂ ਜਿੰਨੇ ਵੀ ਸਾਡੀ ਕੌਮ 'ਚ ਨੇ ਜਾਂ ਦੂਜੀਆਂ ਧਰਮਾਂ ਦੇ ਵਿੱਚ ਨੇ, ਇਕੱਠੇ ਬੈਠੋ। ਦੇਖੋ, ਸਾਡਾ ਪੰਜਾਬ ਨਸ਼ੇ ਦੀ ਦਲਦਲ 'ਚ ਖਤਮ ਹੋ ਰਿਹਾ, ਅਸੀਂ ਯਾਰ ਇਸ ਪਾਸੇ ਕਿਉਂ ਨਹੀਂ ਸੋਚਦੇ ਪਏ? ਸਾਡੀ ਜਵਾਨੀ ਸਾਰੀ ਬਾਹਰ ਚਲੀ ਗਈ ਹੈ, ਸਾਡੇ ਕੋਲ ਇੱਥੇ ਕੌਣ ਰਹਿ ਗਿਆ? ਇੱਥੇ ਕੀ ਸਾਡੇ ਪੱਲੇ ਕੀ ਆ? ਆਪਾਂ ਯਾਰ ਇਸ ਚੀਜ਼ 'ਤੇ ਕੰਮ ਕਰ ਸਕਦੇ ਹਾਂ। ਸਾਡੇ ਨੌਜਵਾਨ ਜਿਹੜੇ ਚੋਰੀਆਂ ਵਾਲੇ ਪਾਸੇ, ਰੁਜ਼ਗਾਰ ਸਾਡੇ ਕੋਲ ਨਹੀਂ ਹੈਗਾ। ਅਸੀਂ ਇਕੱਠੇ ਹੋ ਕੇ, ਭਾਵੇਂ ਹਿੰਦੂ ਹੈ, ਸਿੱਖ ਨੇ, ਯਾਰ ਮੈਂ ਕਹਿੰਦਾ ਆਪਾਂ ਇਕੱਠੇ ਹੋ ਕੇ, ਭਾਵੇਂ ਸ਼ਿਵ ਸੈਨਾ ਹੈ, ਟਕਸਾਲ ਹੈ, ਜਾਂ ਮਿਸ਼ਨਰੀ ਕਾਲਜ ਨੇ, ਕੋਈ ਹੈ, ਬਜਰੰਗ ਦਲ ਹੈ, ਕਿਹੜੇ ਨੇ, ਯਾਰ ਆਪਾਂ ਆਓ ਇਹਨਾਂ ਕੰਮਾਂ ਨੂੰ ਇਕੱਠੇ ਹੋਈਏ। ਤੁਸੀਂ ਕਹਿੰਦੇ ਪਹਿਲ, ਮੈਨੂੰ ਮਾਰੋ ਆਵਾਜ਼ ਕਿੱਥੇ, ਮੈਂ ਇਕੱਲਾ ਆਵਾਂਗਾ, ਜਿੱਥੇ ਮਰਜ਼ੀ ਬੁਲਾਓ, ਭਰਾ ਵਾਂਗੂ ਐਂ ਬਾਹਾਂ ਖਿਲਾਰ ਕੇ ਆਵਾਂਗਾ। ਔਰ ਮੇਰੇ ਨਾਲ ਹੈਗੇ ਵੀ ਨੇ ਵੀਰ ਬੜੇ ਅਦਰ ਧਰਮਾਂ ਦੇ, ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨਾਲ ਮੇਰੀ ਪੰਥਕ ਸੋਚ ਨਹੀਂ ਮਿਲਦੀ, ਉਹਨਾਂ ਦੀ ਸੋਚ ਹੋਰ ਹੈ, ਮੇਰੀ ਸੋਚ ਹੋਰ ਹੈ, ਪਰ ਅਸੀਂ ਵਾਤਾਵਰਨ 'ਤੇ ਕੰਮ ਕਰਦੇ ਹਾਂ ਇਕੱਠਾ। ਅਸੀਂ ਲੋੜਵੰਦਾਂ ਕਚੀ ਰਹਿੰਦੇ ਆ ਨਾ, ਮਿੱਟੀ ਤਾਂ ਸਾਡੀ, ਰਾਸ਼ਨ 'ਤੇ ਅਸੀਂ ਕੰਮ ਕਰਦੇ ਹਾਂ, ਕੋਈ ਲੋੜਵੰਦਾਂ ਦਾ ਘਰ ਬਣਾਉਣਾ ਉਹਦੇ 'ਤੇ ਕੰਮ ਕਰਦੇ ਹਾਂ, ਦਵਾਈਆਂ 'ਤੇ ਕੰਮ ਕਰਦੇ ਹਾਂ। ਪਰ ਜੇ ਗੱਲ ਕਰੀਏ ਤੇ ਪੰਥਕ ਸੋਚ ਦੇ, ਤੇ ਸਾਡੀ ਬਿਲਕੁਲ ਅਸੀਂ ਉਲਟਾ, ਪਰ ਅਸੀਂ ਕੰਮ ਕਰਦੇ ਹਾਂ। ਸੋ ਇੱਦਾਂ ਸਾਨੂੰ ਲੱਗਦਾ ਵੀ ਕੰਮ ਕਰਨਾ ਚਾਹੀਦਾ। ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ। ਸੋ ਵੱਡੀ ਗੱਲ ਆਖੀ ਹੈ, ਪਹਿਲ ਕਰਾਂਗਾ ਅਗਰ ਕੋਈ ਭਾਈਚਾਰਕ ਸਾਂਝ ਦੀ ਗੱਲ ਹੁੰਦੀ ਹੈ, ਔਰ ਕਿਤੇ ਨਾ ਕਿਤੇ ਦੇਖੀ ਜਾਵੇ 5 ਦਰਿਆਵਾਂ ਦੀ ਇਸ ਧਰਤੀ ਤੇ ਭਾਈਚਾਰਕ ਸਾਂਝ ਬੇਹੱਦ ਜ਼ਰੂਰੀ ਹੈ। ਘੁੰਮਣ ਬਰਦ ਦਾ ਕਹਿਣਾ ਹੈ ਕਿ 295 ਦਾ ਜ਼ਿਕਰ ਕਰਿਆ ਜਾਵੇ ਤਾਂ ਇਸ ਦੇ ਵਿੱਚ ਸਜ਼ਾਵਾਂ ਦੀ ਧਾਰਾ ਵਧਾਉਣੀ ਚਾਹੀਦੀ ਹੈ, ਕਿਉਂਕਿ ਜੇ ਦੇਖਿਆ ਜਾਵੇ ਆਏ ਦਿਨ ਹੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਿਉਂ ਫਾਸਟ ਟਰੈਕ ਕੋਰਟ ਨਹੀਂ ਬਣਾਏ ਜਾਂਦੀਆਂ ਤਾਂ ਕਿ ਇਹਨਾਂ ਕੇਸਾਂ ਦਾ ਨਿਪਟਾਰਾ ਜਲਦ ਤੋਂ ਜਲਦ ਹੋ ਸਕੇ।
ਕੈਮਰਾਮੈਨ ਦਲੇਰ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।